विद्यार्थियों सत श्री अकाल। ਅਸੀਂ ਮਾਡਰਨ ਇੰਡੀਅਨ ਹਿਸਟਰੀ ਆਧੁਨਿਕ ਭਾਰਤ ਦਾ ਇਤਿਹਾਸ ਦੇ ਪ੍ਰਸ਼ਨਾਂ ਦੀ ਇੱਕ ਸੀਰੀਜ਼ ਕਰ ਰਹੇ ਹਾਂ, ਜਿਸ ਦੇ 30 ਪ੍ਰਸ਼ਨ ਅਸੀਂ ਭਾਗ 1 ਵਿੱਚ ਕੀਤੇ ਹਨ। ਜੇਕਰ ਅਜੇ ਤੱਕ ਤੁਸੀਂ ਉਹ ਵੀਡੀਓ ਨਹੀਂ ਦੇਖੀ ਤਾਂ ਸਭ ਤੋਂ ਪਹਿਲਾਂ ਉਹ ਵੀਡੀਓ ਜ਼ਰੂਰ ਦੇਖੋ। ਅੱਜ ਅਸੀਂ 31 ਨੰਬਰ ਪ੍ਰਸ਼ਨ ਤੋਂ ਭਾਗ 2 ਦੇ ਜਿਹੜੇ ਪ੍ਰਸ਼ਨ ਆ ਉਹ ਦੇਖਾਂਗੇ। ਉਮੀਦ ਹੈ ਤੁਹਾਨੂੰ ਇਹ ਟੈਸਟਾਂ ਲਈ ਕਾਫੀ ਫਾਇਦੇਮੰਦ ਅਤੇ ਲਾਹੇਵੰਦ ਹੋਣਗੇ। ਤਾਂ ਆਓ ਆਪਾਂ ਅੱਜ ਦਾ ਲੈਕਚਰ ਸ਼ੁਰੂ ਕਰਦੇ ਹਾਂ। ਸਾਡੇ ਕੋਲ 31ਵਾਂ ਪ੍ਰਸ਼ਨ ਹੈ 1857 ਦੇ ਵਿਦਰੋਹ ਬਾਰੇ ਇਹ ਸ਼ਬਦ ਕਿਸ ਨੇ ਕਹੇ ਹਨ? ਇਟ ਇਜ਼ ਦਾ ਫਸਟ ਨੈਸ਼ਨਲ ਵਾਰ ਫਾਰ ਇੰਡੀਪੈਂਡੈਂਸ। ਵੀ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਸੀ। ਇਹ ਸ਼ਬਦ 1857 ਦੇ ਵਿਦਰੋਹ ਬਾਰੇ ਕਿਸ ਨੇ ਕਹੇ ਹਨ? ਇਸ ਦਾ ਉੱਤਰ ਹੈ ਸਾਡੇ ਕੋਲ ਬੀ ਡੀ ਸਵਰਕਰ। ਤਾਂ ਬੀ ਡੀ ਸਵਰਕਰ ਨੇ ਇਹ ਸ਼ਬਦ ਕਹੇ ਸਨ। 1857 ਦਾ ਵਿਦਰੋਹ ਹੈ, ਇਹ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਸੀ। ਅੱਗੇ ਅਸੀਂ 32ਵਾਂ ਪ੍ਰਸ਼ਨ ਦੇਖਦੇ ਹਾਂ। 1857 ਦੇ ਵਿਦਰੋਹ ਬਾਰੇ ਇਹ ਸ਼ਬਦ ਕਿਸ ਨੇ ਕਹੇ ਹਨ? The so-called national war for independence is neither first nor national for the independence। ਇਹ ਦੇਖੋ ਪਹਿਲਾਂ ਵਾਲੇ ਸ਼ਬਦਾਂ ਦੇ ਬਿਲਕੁਲ ਉਲਟ ਹਨ। ਇਸ ਵਿੱਚ ਕਿਹਾ ਗਿਆ ਹੈ ਵੀ ਜੇਕਰ ਕੋਈ ਇਸ ਨੂੰ ਕਹਿੰਦਾ ਹੈ ਵੀ ਜੋ 1857 ਦਾ ਵਿਦਰੋਹ ਹੈ ਉਹ ਭਾਰਤ ਦੀ ਪਹਿਲੀ ਆਜ਼ਾਦੀ ਦੀ ਲੜਾਈ ਸੀ ਜਾਂ ਨੈਸ਼ਨਲ ਲੜਾਈ ਸੀ, ਰਾਸ਼ਟਰੀ ਲੜਾਈ ਸੀ, ਉਹ ਗਲਤ ਹੈ। ਇਹ ਸ਼ਬਦ ਕਿਸ ਨੇ ਕਹੇ ਸਨ? ਇਹ ਸ਼ਬਦ ਕਹੇ ਸਨ ਆਰ ਸੀ ਮਜਮੂਦਾਰ। ਆਰ ਸੀ ਮਜਮੂਦਾਰ ਨੇ ਇਹ ਸ਼ਬਦ ਕਹੇ ਸਨ ਵੀ 1857 ਦਾ ਵਿਦਰੋਹ ਹੈ, ਇਹ ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਨਹੀਂ ਸੀ। ਪ੍ਰਸ਼ਨ ਨੰਬਰ 33 1857 ਦੇ ਵਿਦਰੋਹ ਦੇ ਮੁੱਖ ਭਾਰਤੀ ਲੀਡਰਾਂ ਦੇ ਨਾਂ ਦੱਸੋ। ਜਦੋਂ ਇਹ ਵਿਦਰੋਹ ਹੋਇਆ ਸੀਗਾ ਜਿਹੜੇ ਮੁੱਖ ਭਾਰਤੀ ਲੀਡਰ ਸੀਗੇ ਉਹਨਾਂ ਦੇ ਨਾਂ ਕੀ ਸਨ? ਤਾਂ ਉਹ ਸਨ ਤਾਂਤੀਆ ਤੋਪੇ, ਨਾਨਾ ਸਾਹਿਬ, ਬਹਾਦਰ ਸ਼ਾਹ ਦੂਜਾ, ਖਾਨ ਬਹਾਦਰ ਖਾਨ, ਲక్ష్ਮੀ ਬਾਈ। ਤਾਂ ਇਹ ਸਾਡੇ ਕੋਲੇ ਮੇਨ ਲੀਡਰ ਸਨ। ਲੇਕਿਨ ਹੋਰ ਵੀ ਬਹੁਤ ਲੋਕਾਂ ਨੇ ਜਿਹੜਾ ਪਾਰਟਿਸਿਪੇਟ ਕੀਤਾ ਸੀਗਾ, ਲੇਕਿਨ ਜਿਹੜੇ ਮੇਨ ਲੀਡਰ ਹੈਗੇ ਉਹ ਇਹ ਮੰਨੇ ਜਾਂਦੇ ਹਨ। ਸਾਡੇ ਕੋਲ 34ਵਾਂ ਪ੍ਰਸ਼ਨ ਹੈ ਲੈਫਟ ਦੀ ਨੀਤੀ ਕਦੋਂ ਅਤੇ ਕਿਸ ਨੇ ਚਲਾਈ? ਤਾਂ ਲੈਫਟ ਦੀ ਨੀਤੀ ਨਾਲ ਅੰਗਰੇਜ਼ ਆਪਣੇ ਰਾਜ ਦੇ ਵਿੱਚ ਜੇਕਰ ਕਿਸੇ ਦੇ ਮਤਲਬ ਰਾਜੇ ਦੇ ਪੁੱਤਰ ਜਾਂ ਨਹੀਂ ਹੁੰਦਾ ਸੀਗਾ ਤਾਂ ਉਸਦੇ ਰਾਜ ਨੂੰ ਆਪ ਦੇ ਵਿੱਚ ਮਿਲਾ ਲੈਂਦੇ ਸਨ। ਉਸ ਨੂੰ ਲੈਫਟ ਦੀ ਨੀਤੀ ਕਹਿੰਦੇ ਹਨ। 1848 ਲਾਰਡ ਡਲਹੌਜੀ। ਤਾਂ ਲਾਰਡ ਡਲਹੌਜੀ ਨੇ 1848 ਵਿੱਚ ਲੈਫਟ ਦੀ ਨੀਤੀ ਚਲਾਈ ਸੀ। ਲੈਫਟ ਦੀ ਨੀਤੀ ਕਰਕੇ ਕਿਸ ਰਾਣੀ ਨੂੰ ਅੰਗਰੇਜ਼ਾਂ ਵਿਰੁੱਧ ਹਥਿਆਰ ਚੁੱਕਣੇ ਪਏ ਸਨ? ਬੱਚੋ ਇਸ ਦਾ ਉੱਤਰ ਹੈ ਰਾਣੀ ਲక్ష్ਮੀ ਬਾਈ। ਕਿਉਂਕਿ ਅੰਗਰੇਜ਼ਾਂ ਨੇ ਉਸਦੇ ਪਿਤਾ ਦਾ ਮਤਲਬ ਇਸਦਾ ਕੋਈ ਭਰਾ ਨਹੀਂ ਸੀਗਾ, ਇਸ ਕਰਕੇ ਲੜਕੀ ਹੋਣ ਦੇ ਨਾਤੇ ਉਹਦੇ ਜਿਹੜਾ ਰਾਜ ਸੀਗਾ ਉਸ ਨੂੰ ਆਪ ਦੇ ਵਿੱਚ ਮਿਲਾ ਲਿਆ ਸੀ। ਇਸ ਦੇ ਵਿਰੁੱਧ ਉਸਨੇ ਹਥਿਆਰ ਚੁੱਕ ਲਏ ਸਨ। 1858 ਵਿੱਚ ਇਲਾਹਾਬਾਦ ਵਿਖੇ ਕਿਸ ਅੰਗਰੇਜ਼ ਅਫਸਰ ਨੇ ਭਾਰਤ ਨੂੰ ਸਿੱਧਾ ਇੰਗਲੈਂਡ ਸਰਕਾਰ ਅਧੀਨ ਕਰਨ ਦੀ ਘੋਸ਼ਣਾ ਕੀਤੀ? ਬੱਚੋ ਇਹਦੇ ਵਿੱਚ ਕੀ ਹੈ ਵੀ 1858 ਤੋਂ ਪਹਿਲਾਂ ਵੀ ਅੰਗਰੇਜ਼ ਰਾਜ ਤਾਂ ਸੀਗਾ, ਲੇਕਿਨ ਇੱਥੇ ਕੰਪਨੀ ਰਾਜ ਕਰਦੀ ਸੀ। ਜੋ ਈਸਟ ਇੰਡੀਆ ਕੰਪਨੀ ਹੈ ਉਹ ਭਾਰਤ ਉੱਤੇ ਰਾਜ ਕਰਦੀ ਸੀ। ਲੇਕਿਨ 1857 ਦੇ ਵਿਦਰੋਹ ਤੋਂ ਬਾਅਦ ਇੰਗਲੈਂਡ ਸਰਕਾਰ ਨੂੰ ਲੱਗਿਆ ਜਿਹੜਾ ਵਿਦਰੋਹ ਹੈ ਇਹ ਦੁਬਾਰਾ ਫਿਰ ਨਾ ਹੋ ਜਾਵੇ, ਤਾਂ ਉਹਨਾਂ ਨੇ ਸਿੱਧਾ ਜੋ ਇੰਗਲੈਂਡ ਦੀ ਸਰਕਾਰ ਆ ਉਹਦੇ ਅਧੀਨ ਭਾਰਤ ਨੂੰ ਕਰਨ ਦੀ ਘੋਸ਼ਣਾ ਕੀਤੀ ਵੀ ਜੋ ਭਾਰਤ ਹੈ ਹੁਣ ਇਹ ਇੰਗਲੈਂਡ ਦੀ ਸਰਕਾਰ ਦੇ ਅਧੀਨ ਹੈ, ਕਿਸੇ ਕੰਪਨੀ ਦੇ ਅਧੀਨ ਨਹੀਂ ਹੈ। ਤਾਂ ਇਹ ਕਿਹੜੇ ਅੰਗਰੇਜ਼ ਅਫਸਰ ਨੇ ਇਹਦੀ ਘੋਸ਼ਣਾ ਕੀਤੀ ਸੀ? ਉਹ ਸਨ ਲਾਰਡ ਕੈਨਿੰਗ। ਤਾਂ ਲਾਰਡ ਕੈਨਿੰਗ ਜੋ ਸਾਡੇ ਪਹਿਲੇ ਵਾਇਸਰਾਏ ਵੀ ਬਣੇ ਹਨ, ਤਾਂ ਉਹਨਾਂ ਨੇ ਘੋਸ਼ਣਾ ਕੀਤੀ ਸੀ। ਕਿਉਂਕਿ ਵਾਇਸਰਾਏ ਤੋਂ ਪਹਿਲਾਂ ਜੋ ਗਵਰਨਰ ਜਨਰਲ ਆ ਉਹਦੀ ਪੋਸਟ ਹੁੰਦੀ ਸੀ, ਤਾਂ ਉਸ ਨੂੰ ਬਦਲ ਕੇ ਵਾਇਸਰਾਏ ਦੇ ਵਿੱਚ ਇਸ ਜਿਹੜੀ ਪੋਸਟਾਂ ਨੂੰ ਬਦਲ ਦਿੱਤਾ ਗਿਆ ਸੀ ਵਾਇਸਰਾਏ। ਠੀਕ ਹੈ ਬੱਚਿਓ, ਲਾਰਡ ਕਾਨਿੰਗ ਪਹਿਲੇ ਵਾਇਸਰਾਏ ਵੀ ਸਨ, ਇਹ ਵੀ ਤੁਸੀਂ ਯਾਦ ਰੱਖਣਾ ਹੈ। ਪ੍ਰਸ਼ਨ ਨੰਬਰ 37 ਭਾਰਤ ਵਿੱਚ ਅੰਗਰੇਜ਼ੀ ਰਾਜ ਕਿਸ ਮਿਤੀ ਤੋਂ ਸ਼ੁਰੂ ਹੋਇਆ? ਦੇਖੋ ਇੱਥੇ ਅੰਗਰੇਜ਼ੀ ਰਾਜ ਦਾ ਮਤਲਬ ਹੈ ਵੀ ਜੋ ਇੰਗਲੈਂਡ ਦੀ ਸਰਕਾਰ ਹੈ ਉਸ ਦਾ ਜਿਹੜਾ ਰਾਜ ਆ ਸਿੱਧਾ ਉਹ ਕਿਸ ਮਿਤੀ ਤੋਂ ਸ਼ੁਰੂ ਹੋਇਆ ਸੀ? ਇਸ ਦਾ ਉੱਤਰ ਹੈ 20 ਜੂਨ 1858। ਸਾਡੇ ਕੋਲ 38ਵਾਂ ਪ੍ਰਸ਼ਨ ਹੈ ਦਿੱਲੀ ਵਿੱਚ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਂ ਦੱਸੋ। ਕਿ ਦਿੱਲੀ ਵਿੱਚ ਜੋ 1857 ਦਾ ਵਿਦਰੋਹ ਹੋਇਆ ਸੀਗਾ ਉਹਦਾ ਮੁੱਖ ਲੀਡਰ ਕੌਣ ਸੀਗਾ? ਕਿਹਨੇ ਕਿਹਾ ਸੀ ਵੀ ਹਾਂ, ਤਾਂ ਇਸ ਦਾ ਨਾਂ ਹੈ
ਮੁਗਲ ਬਾਦਸ਼ਾਹ ਬਹਾਦਰ ਸ਼ਾਹ ਦੂਜਾ, ਤਾਂ ਬਹਾਦਰ ਸ਼ਾਹ ਦੂਜਾ ਦਿੱਲੀ ਦੇ ਲੀਡਰ ਸਨ। ਘੋਸ਼ਣਾ ਕਰਨ ਵਾਲੇ ਲੜੇ ਵੈਸੇ ਹੋਰ ਸਨ। ਕਾਨਪੁਰ ਵਿਖੇ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਮ ਦੱਸੋ। ਵੀ ਕਾਨਪੁਰ ਜਿਹੜਾ ਵਿਦਰੋਹ 18 ਦਾ ਕਿਹਨੇ ਸ਼ੁਰੂ ਕੀਤਾ ਸੀ? ਉਹ ਸਨ ਤਾਂਤੀਆ ਤੋਪੇ ਅਤੇ ਨਾਨਾ ਸਾਹਿਬ। ਬਰੇਲੀ ਵਿਖੇ 1857 ਵਿਦਰੋਹ ਦਾ ਬਿਗਲ ਵਜਾਉਣ ਵਾਲੇ ਸ਼ਾਸਕ ਦਾ ਨਾਂ ਦੱਸੋ। ਉਹ ਸਨ ਖਾਨ ਬਹਾਦਰ ਖਾਨ। ਭਾਰਤੀ ਰਾਸ਼ਟਰੀ ਕਾਂਗਰਸ ਕਦੋਂ ਬਣੀ? ਬੱਚਿਓ ਇਸ ਦਾ ਉੱਤਰ ਹੈ 1858 ਈਸਵੀ। ਭਾਰਤੀ ਰਾਸ਼ਟਰੀ ਕਾਂਗਰਸ ਦੀ ਜਨਮ ਦੀ ਸਥਾਪਨਾ ਕਦੋਂ ਹੋਈ ਸੀ? ਜਿਸਨੂੰ ਅਸੀਂ ਇੰਡੀਅਨ ਨੈਸ਼ਨਲ ਕਾਂਗਰਸ ਕਹਿੰਦੇ ਹਾਂ, ਠੀਕ ਹੈ। ਇਸ ਦੀ ਜੋ ਸਥਾਪਨਾ 1885 ਈਸਵੀ 1885 ਈਸਵੀ ਵਿੱਚ ਹੋਈ ਸੀ। ਭਾਰਤੀ ਰਾਸ਼ਟਰੀ ਕਾਂਗਰਸ ਦਾ ਪਿਤਾਮਾ ਕੌਣ ਸਨ? ਵੀ ਜੋ ਭਾਰਤੀ ਰਾਸ਼ਟਰੀ ਕਾਂਗਰਸ ਆ ਉਹਦੇ ਫਾਊਂਡਰ ਕਿਹਨਾਂ ਨੇ ਜਿਹੜੀ ਹੈਗੀ ਇਹ ਫਾਊਂਡ ਕੀਤੀ ਸੀਗੀ, ਪਿਤਾਮਾ ਕੌਣ ਸਨ? ਤਾਂ ਉਹ ਆਪਾਂ ਸਭ ਨੂੰ ਪਤਾ ਹੈ ਕੌਣ ਸਨ, ਏ.ਓ. ਹਿਊਮ। ਤਾਂ ਏ.ਓ. ਹਿਊਮ ਇੰਡੀਅਨ ਨੈਸ਼ਨਲ ਕਾਂਗਰਸ ਦੇ ਪਿਤਾਮਾ ਫਾਊਂਡਰ ਸਨ। ਅੱਗੇ ਪ੍ਰਸ਼ਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਸੰਮੇਲਨ ਕਿਸ ਸ਼ਹਿਰ ਵਿੱਚ ਹੋਇਆ? ਦੇਖੋ ਜਦੋਂ ਇਸ ਦੀ ਸਥਾਪਨਾ ਹੋ ਗਈ ਹੈ ਤਾਂ ਫਿਰ ਇਸ ਦੀ ਜਿਹੜੀ ਕਾਨਫਰੰਸ ਹੋਈ ਸੀ ਉਹ ਪਹਿਲੀ ਕਾਨਫਰੰਸ ਜਿਹੜੀ ਹੈਗੀ ਆ ਉਹ ਕਿਸ ਸ਼ਹਿਰ ਦੇ ਵਿੱਚ ਹੋਈ ਸੀ? ਸੰਮੇਲਨ ਜਾਣੀ ਕਿ ਕਿਸ ਸ਼ਹਿਰ ਵਿੱਚ ਹੋਇਆ ਸੀਗਾ? ਬੰਬਈ, ਜਿਸ ਨੂੰ ਬੱਚੇ ਹੁਣ ਮੁੰਬਈ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਪ੍ਰਸ਼ਨ ਨੰਬਰ 44 ਹੈ ਭਾਰਤੀ ਰਾਸ਼ਟਰੀ ਕਾਂਗਰਸ ਦੇ ਪਹਿਲੇ ਪ੍ਰਧਾਨ ਕੌਣ ਸਨ? ਹੁਣ ਦੇਖੋ ਉੱਪਰ ਆਪਾਂ ਕੀਤਾ ਵੀ ਫਾਊਂਡਰ ਕੌਣ ਸਨ, ਇੱਥੇ ਕੀ ਹੈ ਪ੍ਰਧਾਨ, ਵੀ ਪਹਿਲੇ ਪ੍ਰਧਾਨ ਕੌਣ ਸਨ? ਦੇਖੋ ਉੱਪਰ ਫਾਊਂਡਰ ਪਿਤਾਮਾ ਤੇ ਪਹਿਲੇ ਪ੍ਰਧਾਨ, ਇਹਦੇ ਵਿੱਚ ਕਨਫਿਊਜ਼ਨ ਨਹੀਂ ਹੋਣਾ। ਉਹ ਸਨ W.C. ਵੈਨਰੀ, W.C. ਵੈਨਰੀ। ਅਗਲਾ ਪ੍ਰਸ਼ਨ ਹੈ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ? ਗ੍ਰੈਂਡ ਓਲਡ ਮੈਨ, ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਸ ਨੂੰ ਕਿਹਾ ਜਾਂਦਾ ਹੈ? ਇਸ ਦਾ ਉੱਤਰ ਹੈ ਦਾਦਾ ਭਾਈ ਨਰੋਜੀ। ਤਾਂ ਦਾਦਾ ਭਾਈ ਨਰੋਜੀ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਜਾਂਦਾ ਹੈ। ਅੱਗੇ ਬੱਚਿਓ ਇੱਕ ਬੁੱਕ ਦਾ ਨਾਮ ਹੈ Who wrote the famous book Drain of Wealth? ਇੱਕ ਬੁੱਕ ਲਿਖੀ ਗਈ ਹੈ ਡਰੇਨ ਆਫ ਵੈਲਥ। ਤਾਂ ਇਹ ਬੁੱਕ ਕਿਸ ਨੇ ਲਿਖੀ ਹੈ? ਇਸ ਦੇ ਰਾਈਟਰ ਕੌਣ ਸਨ? ਇਸ ਦੇ ਰਾਈਟਰ ਵੀ ਦਾਦਾ ਭਾਈ ਨਰੋਜੀ ਸਨ। ਪ੍ਰਸ਼ਨ ਨੰਬਰ 47 ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀ? ਦੇਖੋ ਧਿਆਨ ਰੱਖਣਾ, ਹੁਣ ਇੱਥੇ ਸਾਨੂੰ ਮੁਸਲਿਮ ਪ੍ਰਧਾਨ ਦੀ ਗੱਲ ਕੀਤੀ ਹੈ ਵੀ ਪਹਿਲਾ ਮੁਸਲਿਮ ਪ੍ਰਧਾਨ ਕੌਣ ਸੀਗਾ। ਦੇਖੋ ਉਹ ਤਾਂ ਸਾਨੂੰ ਪਤਾ ਵੀ ਪ੍ਰਧਾਨ ਸੀਗਾ ਉਹ ਤਾਂ W.C. ਵੈਨਰੀ ਸੀ ਪਹਿਲੇ, ਲੇਕਿਨ ਮੁਸਲਿਮ ਪ੍ਰਧਾਨ ਦੀ ਆਪਾਂ ਗੱਲ ਕਰ ਰਹੇ ਹਾਂ। ਉਹ ਸਨ ਬਦਰੁਦੀਨ ਤਿਆਬਜੀ। ਬਦਰੁਦੀਨ ਤਿਆਬਜੀ ਪਹਿਲੇ ਮੁਸਲਿਮ ਪ੍ਰਧਾਨ ਸਨ INC ਦੀ। ਉਸ ਤੋਂ ਬਾਅਦ ਹੈ ਭਾਰਤੀ ਰਾਸ਼ਟਰੀ ਕਾਂਗਰਸ ਦਾ ਪਹਿਲਾ ਅਸਾਈ ਪ੍ਰਧਾਨ ਕੌਣ ਸੀ? ਦੇਖੋ ਉੱਪਰ ਆਪਾਂ ਕੀਤਾ ਮੁਸਲਿਮ ਪ੍ਰਧਾਨ ਕੌਣ ਸੀਗਾ, ਹੁਣ ਆਪਾਂ ਕਰ ਰਹੇ ਹਾਂ ਅਸਾਈ। ਅਸਾਈ ਪ੍ਰਧਾਨ ਕੌਣ ਸੀ? ਉਹ ਸਨ ਜਾਰਜ ਜੂਲੀ। ਇਹ ਯਾਦ ਰੱਖਣਾ ਪ੍ਰਸ਼ਨ, ਈਸਾਈ ਪ੍ਰਧਾਨ ਕੌਣ ਸੀਗਾ? ਜਾਰਜ ਜੂਲੀ। ਪ੍ਰਸ਼ਨ ਨੰਬਰ 49 ਭਾਰਤੀ ਰਾਸ਼ਟਰੀ ਕਾਂਗਰਸ ਦਾ ਕਿਹੜਾ ਸੰਮੇਲਨ ਪਹਿਲੀ ਵਾਰ ਕਿਸੇ ਪਿੰਡ ਵਿੱਚ ਹੋਇਆ ਅਤੇ ਕਿੱਥੇ ਹੋਇਆ? ਦੇਖੋ ਕਾਫੀ ਇੰਪੋਰਟੈਂਟ ਪ੍ਰਸ਼ਨ ਹੈ ਕਿਉਂਕਿ ਹਰ ਸਾਲ ਸੰਮੇਲਨ ਹੁੰਦਾ ਸੀ INC ਦਾ, ਤਾਂ ਜੋ ਪਹਿਲਾ ਸੰਮੇਲਨ ਜਿਹੜਾ ਪਿੰਡ ਵਿੱਚ ਹੋਇਆ ਉਹ ਕਿੱਥੇ ਹੋਇਆ ਸੀ ਤੇ ਕਦੋਂ ਹੋਇਆ ਸੀਗਾ? ਇਸ ਦਾ ਉੱਤਰ ਹੈ 1924। ਜੋ 1924 ਦਾ ਸੰਮੇਲਨ ਹੈ ਇਹ ਇੱਕ ਪਿੰਡ ਵਿੱਚ ਹੋਇਆ ਸੀ, ਪਿੰਡ ਦਾ ਨਾਮ ਸੀਗਾ ਵਾਲੇ ਗਾਉਂ। ਸਾਡੇ ਕੋਲੇ ਅਗਲਾ ਪ੍ਰਸ਼ਨ ਹੈ ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਔਰਤ ਪ੍ਰਧਾਨ ਕੌਣ ਸੀ? ਦੇਖੋ ਇਹ ਦੇਖੋ ਕਾਫੀ ਪ੍ਰਸ਼ਨ ਆ ਗਏ, ਹੁਣ ਇੱਥੇ ਕਰ ਰਹੇ ਹਾਂ ਪਹਿਲੀ ਔਰਤ ਪ੍ਰਧਾਨ, ਵੀ ਜੋ INC ਦੀ ਪਹਿਲੀ ਔਰਤ ਪ੍ਰਧਾਨ ਸੀਗੀ ਉਹ ਕੌਣ ਸੀ? ਇਹਦੇ ਬਾਰੇ ਆਪਾਂ ਦੱਸਣਾ ਹੈ। ਤਾਂ ਪਹਿਲੀ ਔਰਤ ਪ੍ਰਧਾਨ ਸਨ ਐਨੀ ਬਸੰਤ। ਐਨੀ ਬਸੰਤ ਪਹਿਲੇ ਔਰਤ ਪ੍ਰਧਾਨ ਸਨ। ਅੱਗੇ ਦੇਖੋ ਭਾਰਤੀ ਰਾਸ਼ਟਰੀ ਕਾਂਗਰਸ ਦੀ ਸੰਪਾਦਨਾ ਸਮੇਂ ਅੰਗਰੇਜ਼ੀ ਗਵਰਨਰ ਜਨਰਲ ਕੌਣ ਸੀ? ਤਾਂ ਇਹਦੇ ਵਿੱਚ ਦੇਖੋ ਸਾਨੂੰ ਕੀ ਪੁੱਛਿਆ ਗਿਆ ਹੈ ਵੀ ਜਦੋਂ 1885 ਈਸਵੀ ਦੇ ਵਿੱਚ INC ਦੀ ਸਥਾਪਨਾ ਹੋਈ ਉਦੋਂ ਅੰਗਰੇਜ਼ੀ ਗਵਰਨਰ ਜਨਰਲ, ਲੇਕਿਨ ਆਪਾਂ ਗਵਰਨਰ ਜਨਰਲ ਮਤਲਬ ਉਹਨੂੰ ਵਾਇਸਰਾਏ ਵੀ ਕਹਿ ਸਕਦੇ ਹਾਂ ਕਿਉਂਕਿ
1858 ਵਿੱਚ ਜਿਹੜੀ ਵਾਇਸਰਾਏ ਹੈ, ਵਾਇਸਰਾਏ ਦੀ ਜਿਹੜੀ ਆਬਾਦੀ ਹੈਗੀ ਉਹ ਸ਼ੁਰੂ ਹੋ ਗਈ ਸੀਗੀ ਗਵਰਨਰ ਜਨਰਲ ਦੀ ਥਾਂ, ਤਾਂ ਵਾਇਸਰਾਏ। ਵਾਇਸਰਾਏ ਕੌਣ ਸਨ? ਤਾਂ ਉਹ ਸਨ ਲਾਰਡ ਡਫਰਿਨ। ਲਾਰਡ ਡਫਰਿਨ ਸਾਡੇ ਕੋਲ ਜਿਹੜੇ ਗਵਰਨਰ ਸੀਗੇ ਉਹ ਉਸ ਸਮੇਂ ਜਦੋਂ ਆਪਣੀ ਆਈਐਨਸੀ ਜਿਹੜੀ ਸਥਾਪਨਾ ਹੋਈ ਹੈ। ਉਸ ਤੋਂ ਬਾਅਦ ਸਾਡੇ ਕੋਲ ਅਗਲਾ ਪ੍ਰਸ਼ਨ ਹੈ, ਭਾਰਤੀ ਰਾਸ਼ਟਰੀ ਕਾਂਗਰਸ ਦੀ ਪਹਿਲੀ ਔਰਤ ਪ੍ਰਧਾਨ। ਦੇਖੋ ਅਸੀਂ ਇਸ ਤੋਂ ਪਹਿਲਾਂ ਵੀ ਇੱਕ ਪ੍ਰਸ਼ਨ ਕੀਤਾ ਹੈ, ਉਹਦੇ ਵਿੱਚ ਵੀ ਅਸੀਂ ਔਰਤ ਪ੍ਰਧਾਨ ਕੀਤਾ ਸੀਗਾ, ਲੇਕਿਨ ਅਸੀਂ ਗੱਲ ਕਰ ਰਹੇ ਹਾਂ ਇੱਥੇ ਭਾਰਤੀ ਔਰਤ ਪ੍ਰਧਾਨ। ਜੋ ਐਨੀ ਬਸੰਤ ਆ ਉਹ ਭਾਰਤੀ ਨਹੀਂ ਸੀ, ਤਾਂ ਅਸੀਂ ਕਰਦੇ ਹਾਂ ਪਹਿਲੀ ਭਾਰਤੀ ਔਰਤ ਪ੍ਰਧਾਨ। ਉਹ ਸਨ ਸਾਡੇ ਕੋਲ ਸਰੋਜਨੀ ਨਾਇਡੂ। ਤਾਂ ਸਰੋਜਨੀ ਨਾਇਡੂ ਪਹਿਲੀ ਭਾਰਤੀ ਔਰਤ ਪ੍ਰਧਾਨ ਸਨ। ਤਾਂ ਬੱਚੋ ਇਹ ਉਸ ਤੋਂ ਬਾਅਦ ਦੇ ਵਿੱਚ ਆਪਣੇ ਆਜ਼ਾਦੀ ਤੋਂ ਬਾਅਦ ਜਿਹੜੀ ਯੂਪੀ ਆ ਉਹਦੇ ਗਵਰਨਰ ਵੀ ਇਹ ਬਣੀ ਸੀ। ਤਾਂ ਪਹਿਲੀ ਔਰਤ ਗਵਰਨਰ ਵੀ ਇਸ ਨੂੰ ਕਿਹਾ ਜਾਂਦਾ ਹੈ। ਜੇ ਪੁੱਛਿਆ ਜਾਵੇ ਭਾਰਤ ਦੀ ਪਹਿਲੀ ਔਰਤ ਗਵਰਨਰ ਕੌਣ ਸੀ, ਤਾਂ ਉਹ ਵੀ ਸੀ ਸਰੋਜਨੀ ਨਾਇਡੂ, ਜੋ ਉੱਤਰ ਪ੍ਰਦੇਸ਼ ਦੀ ਆਜ਼ਾਦੀ ਤੋਂ ਬਾਅਦ ਗਵਰਨਰ ਯਾਨੀ ਕਿ ਰਾਜਪਾਲ ਆਪਾਂ ਕਹਿ ਦਿੰਦੇ ਆ, ਉਹ ਬਣੀ ਸੀ। ਦੇਸ਼ ਦੀ ਸੁਤੰਤਰਤਾ ਸਮੇਂ ਭਾਰਤੀ ਰਾਸ਼ਟਰੀ ਕਾਂਗਰਸ ਦਾ ਪ੍ਰਧਾਨ ਕੌਣ ਸੀ? ਦੇਖੋ ਆਪਾਂ ਆਈਐਨਸੀ ਬਾਰੇ ਗੱਲ ਕਰ ਰਹੇ ਹਾਂ ਵਾਰ-ਵਾਰ, ਤਾਂ ਇੱਥੇ ਪ੍ਰਸ਼ਨ ਹੈ ਵੀ ਜਦੋਂ ਸਾਡਾ ਦੇਸ਼ ਆਜ਼ਾਦ ਹੋ ਗਿਆ, ਸੁਤੰਤਰ ਹੋ ਗਿਆ, ਉਦੋਂ ਭਾਰਤੀ ਕਾਂਗਰਸ ਦਾ ਪ੍ਰਧਾਨ ਕੌਣ ਸੀ? ਤਾਂ ਉਹ ਸਨ ਸਾਡੇ ਕੋਲ ਜੇ.ਬੀ. ਕਿਰਪਲਾਨੀ। ਤਾਂ ਜੇ.ਬੀ. ਕਿਰਪਲਾਨੀ ਉਸ ਸਮੇਂ ਆਈਐਨਸੀ ਦੇ ਪ੍ਰਧਾਨ ਸਨ। ਅਗਲਾ ਪ੍ਰਸ਼ਨ ਹੈ, ਕਾਫੀ ਮਸ਼ਹੂਰ ਪ੍ਰਸ਼ਨ ਹੈ, ਸਵਰਾਜ ਮੇਰਾ ਜਨਮ ਸਿੱਧ ਅਧਿਕਾਰ ਹੈ, ਮੈਂ ਇਸ ਨੂੰ ਲੈ ਕੇ ਰਹਾਂਗਾ, ਇਹ ਸ਼ਬਦ ਕਿਸ ਨੇ ਕਹੇ? इस वाक्य का अनुसारण पता होगा, या बाल गंगाधर तिलक। रविंद्रनाथ टैगोर ਨੂੰ ਗੁਰੂਦੇਵ ਦੀ ਉਪਾਧੀ ਕਿਸ ਨੇ ਦਿੱਤੀ? ਠੀਕ ਆ ਬੱਚੋ, ਜਿਹੜੀ ਗੁਰੂਦੇਵ ਦੀ ਉਪਾਧੀ ਆ ਰਵਿੰਦਰਨਾਥ ਟੈਗੋਰ ਜੀ ਨੂੰ ਕਿਸ ਨੇ ਦਿੱਤੀ ਸੀਗੀ? ਉਹ ਦਿੱਤੀ ਸੀ ਮਹਾਤਮਾ ਗਾਂਧੀ ਜੀ ਨੇ। ਪ੍ਰਸ਼ਨ ਨੰਬਰ 56, 1916 ਵਿੱਚ ਬਾਲ ਗੰਗਾਧਰ ਤਿਲਕ ਨੇ ਹੋਮ ਰੂਲ ਲੀਗ ਕਿਸ ਸ਼ਹਿਰ ਵਿੱਚ ਸ਼ੁਰੂ ਕੀਤੀ? ਦੇਖੋ ਪ੍ਰਸ਼ਨ ਨੂੰ ਧਿਆਨ ਨਾਲ ਦੇਖੋ, 1916 ਵਿੱਚ ਹੋਮ ਰੂਲ ਲੀਗ ਕਿਸ ਸ਼ਹਿਰ ਵਿੱਚ ਚਲਾਇਆ? ਕਿਹਨੇ ਚਲਾਇਆ? ਗੰਗਾਧਰ ਤਿਲਕ ਨੇ। ਇੱਥੇ ਸਾਤੋਂ ਸ਼ਹਿਰ ਦਾ ਨਾਮ ਪੁੱਛਿਆ ਗਿਆ ਹੈ, ਸ਼ਹਿਰ ਦਾ ਨਾਮ ਹੈ ਪੂਨੇ। ਅਗਲਾ ਪ੍ਰਸ਼ਨ ਹੈ, 1916 ਵਿੱਚ ਹੋਮ ਰੂਲ ਲੀਗ ਮਦਰਾਸ ਵਿੱਚ ਕਿਸ ਨੇ ਚਲਾਇਆ? ਦੇਖੋ ਪੂਨੇ ਵਿੱਚ ਕਿਹਨੇ ਚਲਾਇਆ ਸੀ? ਬਾਲ ਗੰਗਾਧਰ ਤਿਲਕ ਨੇ। ਹੁਣ ਪੁੱਛਿਆ ਗਿਆ ਵੀ ਮਦਰਾਸ ਵਿੱਚ ਕਿਹੜੇ ਲੀਡਰ ਨੇ ਚਲਾਇਆ ਸੀ? ਤਾਂ ਇਸ ਦਾ ਉੱਤਰ ਹੈ ਐਨੀ ਬਸੰਤ। ਰਾਲਟ ਐਕਟ ਕਿਸ ਮਿਤੀ ਨੂੰ ਪਾਸ ਕੀਤਾ ਗਿਆ? ਰਾਲਟ ਐਕਟ ਕਿਸ ਮਿਤੀ ਨੂੰ ਪਾਸ ਕੀਤਾ ਗਿਆ? ਬੱਚੋ ਇਸ ਦੀ ਮਿਤੀ ਹੈ 18 ਮਾਰਚ 1919, ਕਿਉਂਕਿ ਇਸ ਰਾਲਟ ਐਕਟ ਕਰਕੇ ਹੀ ਜੋ ਜਿਹੜਾ ਜਲਿਆਂਵਾਲੇ ਬਾਗ ਦੀ ਘਟਨਾ ਹੋਈ ਆ ਬਾਅਦ ਦੇ ਵਿੱਚ ਹੋਈ ਹੈ। ਇਸ ਰਾਲਟ ਐਕਟ ਦੇ ਵਿਰੋਧ ਵਿੱਚ ਲੋਕ ਜਲਿਆਂਵਾਲੇ ਬਾਗ ਵਿੱਚ ਇਕੱਠੇ ਹੋ ਗਏ ਸਨ, ਲੇਕਿਨ ਅੰਗਰੇਜ਼ਾਂ ਨੇ ਉਸ ਦੇ ਉੱਤੇ ਗੋਲੀ ਚਲਾਤੀ, ਤਾਂ ਜਿਹੜੀ ਉਹ ਆਪਣੀ ਘਟਨਾ ਜਲਿਆਂਵਾਲੇ ਬਾਗ ਦੀ ਉਹ ਹੋਈ ਹੈ। ਜਲਿਆਂਵਾਲੇ ਬਾਗ ਸਾਕੇ ਸਮੇਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਦੇਖੋ ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ 1919 ਦੇ ਵਿੱਚ, ਸਾਨੂੰ ਸਾਰਿਆਂ ਨੂੰ ਪਤਾ ਹੈ ਇਸ ਬਾਰੇ, 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਿਹੜੀ ਘਟਨਾ ਹੋਈ ਆ, ਉਦੋਂ ਇੰਗਲੈਂਡ ਦਾ ਪ੍ਰਧਾਨ ਮੰਤਰੀ ਕੌਣ ਸੀ? ਇਹ ਅਸੀਂ ਦੱਸਣਾ ਹੈ। ਤਾਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਨ ਡੇਵਿਡ ਲਿਓਡ ਜਾਰਜ। ਤਾਂ ਡੇਵਿਡ ਲਿਓਡ ਜਾਰਜ ਉਸ ਸਮੇਂ ਇੰਗਲੈਂਡ ਦੇ ਪ੍ਰਧਾਨ ਮੰਤਰੀ ਸਨ। ਪ੍ਰਸ਼ਨ ਨੰਬਰ 60, ਜਲਿਆਂਵਾਲੇ ਬਾਗ ਸਾਕੇ ਸਮੇਂ ਪੰਜਾਬ ਦਾ ਗਵਰਨਰ ਕੌਣ ਸੀ? ਜਦੋਂ ਜਲਿਆਂਵਾਲਾ ਬਾਗ ਦਾ ਸਾਕਾ ਹੋਇਆ ਉਦੋਂ ਪੰਜਾਬ ਦਾ ਗਵਰਨਰ ਕੌਣ ਸੀ? ਇਸ ਦਾ ਉੱਤਰ ਹੈ ਮਾਈਕਲ ਓ ਡਵਾਇਰ। ਅਗਲਾ ਪ੍ਰਸ਼ਨ ਹੈ, ਨਾਮ ਮਿਲਵਰਤਨ ਅੰਦੋਲਨ ਕਦੋਂ ਅਤੇ ਕਿਸ ਨੇ ਚਲਾਇਆ? ਇਹ 1920 ਦੇ ਵਿੱਚ ਚਲਾਇਆ ਗਿਆ ਸੀਗਾ ਮਹਾਤਮਾ ਗਾਂਧੀ ਦੁਆਰਾ। ਸਾਡੇ ਕੋਲ 12ਵਾਂ ਪ੍ਰਸ਼ਨ ਹੈ, ਚੌੜਾ ਚੌਰੀ ਦੀ ਘਟਨਾ ਕਿਸ ਮਿਤੀ ਨੂੰ ਹੋਈ? ਬੱਚੋ ਇਸ ਦੇ ਹੈ 5 ਫਰਵਰੀ 1922। ਤਾਂ ਯੂਪੀ ਉੱਤਰ ਪ੍ਰਦੇਸ਼ ਦੇ ਵਿੱਚ ਜਿਹੜੀ ਇਹ ਘਟਨਾ ਹੋਈ ਸੀਗੀ 5 ਫਰਵਰੀ 1922 ਦੇ ਵਿੱਚ। ਤਾਂ ਲੋਕਾਂ ਨੇ ਕਈ ਅੰਗਰੇਜ਼ ਅਫਸਰਾਂ ਨੂੰ ਇਹਦੇ ਵਿੱਚ ਮਾਰ ਦਿੱਤਾ ਸੀ। ਪ੍ਰਸ਼ਨ ਨੰਬਰ 63, ਭਾਰਤੀ ਰਾਸ਼ਟਰੀ ਕਾਂਗਰਸ ਦੋ ਫਾੜ ਕਦੋਂ ਹੋਈ? ਤਾਂ ਬੱਚੋ ਜਿਹੜੀ ਭਾਰਤੀ ਕਾਂਗਰਸ ਆਈਐਨਸੀ ਉਹ ਦੋ ਫਾੜ ਹੋ ਗਈ ਸੀ, ਤਾਂ ਉਹ ਹੈ 1907। 1907 ਵਿੱਚ ਜੋ ਸੂਰਤ ਦਾ ਸੰਮੇਲਨ ਹੋਇਆ ਸੀ ਉਸ ਸਮੇਂ ਜਿਹੜੀ ਇਹ ਦੋ ਫਾੜ ਹੋ ਗਈ ਸੀ, ਗਰਮ ਦਲ ਦੇ ਵਿੱਚ, ਇੱਕ ਨਰਮ ਦਲ ਦੇ ਵਿੱਚ। ਪ੍ਰਸ਼ਨ ਨੰਬਰ 64,
ਸਵਰਾਜ ਪਾਰਟੀ ਦੀ ਸਥਾਪਨਾ ਕਿਸ ਨੇ ਕੀਤੀ? ਤਾਂ ਸਵਰਾਜ ਪਾਰਟੀ ਦੀ ਸਥਾਪਨਾ ਸੀ.ਆਰ. ਦਾਸ ਅਤੇ ਮੋਤੀ ਲਾਲ ਨਹਿਰੂ ਨੇ ਕੀਤੀ ਸੀ। ਪ੍ਰਸ਼ਨ ਨੰਬਰ 65, ਸਵਰਾਜ ਪਾਰਟੀ ਦਾ ਸਕੱਤਰ ਜਾਂ ਸੈਕਟਰੀ ਆਪਾਂ ਵੀ ਕਹਿ ਦਿੰਦੇ ਹਾਂ ਕੌਣ ਸੀ? ਤਾਂ ਉਹ ਸਨ ਮੋਤੀ ਲਾਲ ਨਹਿਰੂ। ਤਾਂ ਮੋਤੀ ਲਾਲ ਨਹਿਰੂ ਸਵਰਾਜ ਪਾਰਟੀ ਦੇ ਸੈਕਟਰੀ ਸਨ। ਵਿੱਚ ਉਮੀਦ ਆ ਤੁਹਾਨੂੰ ਜਿਹੜੇ ਅੱਜ ਦੇ ਪ੍ਰਸ਼ਨ ਚੰਗੇ ਲੱਗੇ ਹੋਣਗੇ, ਤੁਸੀਂ ਇਹ ਯਾਦ ਕਰ ਲਏ ਹੋਣਗੇ। ਇਸ ਦਾ ਆਪਾਂ ਤੀਜਾ ਪਾਠ ਵੀ ਬਣਾਵਾਂਗੇ, ਉਹ ਵੀ ਤੁਸੀਂ ਦੇਖਣਾ ਨਾ ਭੁੱਲਣਾ। ਤੁਹਾਡਾ ਸਭ ਦਾ ਧੰਨਵਾਦ।